ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਅੱਜ ਦੋਸਤੋ ਅਸੀਂ ਇਮੀਗ੍ਰੇਸ਼ਨ ਦੇ ਮੁਤਲਕ ਗੱਲਬਾਤ ਕਰਨੀ ਹੈ। ਗੱਲਬਾਤ ਉਹ ਹੋਣੀ ਹੈ ਜਿਸ ਦੀ ਕਿਉਰਿਓਸਿਟੀ ਹਮੇਸ਼ਾ ਹੀ ਬਣੀ ਰਹਿੰਦੀ ਹੈ ਕਿ ਮੈਂ ਅਪਲਾਈ ਕੀਤਾ ਸੀ, ਆਪਣਾ ਕੀਤਾ ਸੀ ਜਾਂ ਕਿਸੇ ਦਾ ਕੀਤਾ ਸੀ, ਦੇਰੀ ਕਿਉਂ ਹੋ ਰਹੀ ਹੈ, ਕਿਉਂ ਮੇਰਾ ਕੇਸ ਡਿਲੇ ਚੱਲ ਰਿਹਾ ਹੈ, ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਸੱਚਮੁੱਚ ਅਸੀਂ ਡਿਲੇ ਹਾਂ ਜਾਂ ਸਿਸਟਮ ਡਿਲੇ ਚੱਲ ਰਿਹਾ ਹੈ। ਤੁਹਾਡੇ ਵੀ ਸਵਾਲ ਇਸ ਗੱਲ ਨੂੰ ਲੈ ਕੇ ਅਕਸਰ ਰਹਿੰਦੇ ਹੈ। ਅੱਜ ਇਹਨਾਂ ਸਵਾਲਾਂ ਦੇ ਬਾਬਤ ਹੀ ਅਸੀਂ ਗੱਲਬਾਤ ਕਰਾਂਗੇ। CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਜੀ ਅੱਜ ਸਾਡੇ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਦੌਰਾਨ ਸ਼ਿਰਕਤ ਕਰ ਰਹੇ ਹੈ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਅਤੇ ਫਿਰ ਇਸ ਮਸਲੇ ਦੇ ਉੱਤੇ ਗੱਲਬਾਤ ਕੀਤੀ ਜਾਏਗੀ। ਖਹਿਰਾ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਭਾਈ ਜੀ। ਭਾਈ ਜੀ, ਮੈਂ ਜਿਸ ਤਰ੍ਹਾਂ ਜ਼ਿਕਰ ਕਰ ਰਿਹਾ ਸੀ ਕਿ ਆਮ ਤੌਰ ਤੇ ਕੋਈ ਵੀ ਵਿਅਕਤੀ, ਕਈ ਵਾਰੀ ਆਪਾਂ ਆਪਣਾ ਕੇਸ ਅਪਲਾਈ ਕਰਦੇ ਹਾਂ ਜਾਂ ਕਿਸੇ ਭੈਣ ਭਰਾ ਦਾ ਜਾਂ ਕਿਸੇ ਦਾ ਵੀ, ਜੀ ਉਹ 'ਚ ਦੇਰੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੁੰਦੇ ਆ ਜੀ। ਸੱਚਮੁੱਚ ਪਹਿਲਾਂ ਤਾਂ ਇਹ ਦੱਸੋ ਕਿ ਕਿੰਨਾ ਕੁ ਡਿਲੇ ਚੱਲ ਰਿਹਾ, ਕਿੰਨਾ ਕੁ ਬੈਕਲੌਗ ਚੱਲ ਰਿਹਾ ਜੀ? ਜਿਹੜੀ ਇਮੀਗ੍ਰੇਸ਼ਨ ਡਿਲੇਜ਼ ਨੇ ਜਾਂ ਇਮੀਗ੍ਰੇਸ਼ਨ ਦੀ ਦੇਰੀ ਹੈਗੀ ਹੈ, ਉਹ ਇੱਕ ਬਹੁਤ ਕੰਸਰਨਿੰਗ ਇਸ਼ੂ ਹੈਗਾ ਔਰ ਬਹੁਤ ਸਾਰੇ ਜਿਹੜੇ ਪਾਰਟਿਸਿਪੈਂਟਸ ਨੇ, ਜਿਹੜੇ ਐਪਲੀਕੈਂਟਸ ਨੇ, ਜਦੋਂ ਐਪਲੀਕੇਸ਼ਨ ਫਾਈਲ ਕਰਦੇ ਨੇ ਤਾਂ ਇਹ ਵਨ ਆਫ ਦਾ ਮੇਜਰ ਕੰਸਰਨ ਰਹਿੰਦਾ ਹੈ ਜਦੋਂ ਵੀ ਤੁਸੀਂ ਕੋਈ ਐਪਲੀਕੇਸ਼ਨ ਪ੍ਰੋਸੈਸ ਨੂੰ ਚੂਜ਼ ਕਰਦੇ ਹੋ। ਜਿਵੇਂ ਮੈਂ ਜ਼ਿਕਰ ਕਰਦਾ ਹੁੰਦਾ ਵੀ ਕੈਨੇਡਾ ਆਉਣ ਲਈ 80 ਰਸਤੇ ਨੇ, 80 ਕੈਟਾਗਰੀਜ਼ ਨੇ। ਸੋ ਉਹ 80 ਕੈਟਾਗਰੀਜ਼ ਤੋਂ ਇੱਕ ਵਨ ਆਫ ਦਾ ਇੰਪੋਰਟੈਂਟ ਜਿਹੜੀ ਕੰਸੀਡਰੇਸ਼ਨ ਹੈ ਜਾਂ ਫੈਕਟਰ ਹੁੰਦਾ, ਉਹ ਹੁੰਦਾ ਵੀ ਕਿਹੜੇ ਕੇਸ ਨੂੰ ਘੱਟ ਸਮਾਂ ਲੱਗਦਾ, ਲੋਕ ਉਹਦੇ ਵੱਲ ਜ਼ਿਆਦਾ ਅਟਰੈਕਟ ਹੁੰਦੇ ਨੇ। ਸੋ ਉਹ ਵੀ ਜਦੋਂ ਜ਼ਿਆਦਾ ਅਟਰੈਕਟ ਹੁੰਦੇ ਨੇ ਮੀਨਸ ਉੱਥੇ ਲਾਈਨਅਪ ਵੱਧ ਜਾਂਦੀ ਹੈ। ਸੋ ਜਿਹੜੀ ਦੇਰੀ ਹੈ ਇਹ ਦੋ ਤਰੀਕੇ ਨਾਲ ਡਿਫਾਈਨ ਕੀਤੀ ਜਾ ਸਕਦੀ ਹੈ, ਕਿਉਂਕਿ ਇਹਦੇ ਵਿੱਚ ਦੋ ਪਾਰਟੀਜ਼ ਇਨਵੋਲਵ ਹੁੰਦੀਆਂ ਨੇ। ਇੱਕ ਤਾਂ ਜਿਹੜਾ ਪਾਰਟਿਸਿਪੈਂਟ ਹੈ ਜਾਂ ਐਪਲੀਕੈਂਟ ਹੈ ਜਿਹੜਾ ਐਪਲੀਕੇਸ਼ਨ ਦਾਇਰ ਕਰ ਰਿਹਾ, ਦੂਸਰਾ ਜਿਹੜੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਰਿਹਾ। ਸੋ ਜਦੋਂ ਤੁਸੀਂ ਕੋਈ ਐਪਲੀਕੇਸ਼ਨ ਫਾਈਲ ਕਰਦੇ ਹੋ ਤਾਂ ਦੋ ਤਰ੍ਹਾਂ ਦੀਆਂ ਜਿਹੜੀਆਂ ਡਿਲੇਜ਼ ਨੇ ਉਹ ਹੋ ਸਕਦੀਆਂ ਨੇ। ਇੱਕ ਤਾਂ ਹੈਗੀਆਂ ਜਿਹੜੀਆਂ ਸੈਲਫ ਇਨਫਲਿਕਟਡ ਡਿਲੇਜ਼, ਮੀਨਿੰਗ ਜਿਹੜਾ ਐਪਲੀਕੈਂਟ ਹੈ ਉਹਨਾਂ ਦੀ ਗਲਤੀ ਕਰਕੇ ਦੇਰੀ ਹੋਣਾ, ਉਹ ਇੱਕ ਵੱਖਰੀ ਗੱਲ ਹੋ ਸਕਦਾ ਹੈ, ਰਾਈਟ, ਜਿਹੜਾ ਵਨ ਆਫ ਦਾ ਕੈਟਾਗਰੀ ਬਣ ਸਕਦੀ ਹੈ ਦੇਰੀ ਦੀ। ਦੂਸਰੀ ਹੁੰਦੀ ਹੈ ਵੀ ਜਦੋਂ ਤੁਸੀਂ ਐਪਲੀਕੇਸ਼ਨ ਦਾਇਰ ਕਰਤੀ ਉਸ ਤੋਂ ਬਾਅਦ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਵੀ ਕਿੰਨਾ ਕੁ ਜਿਹੜਾ ਸਮਾਂ ਲੱਗ ਜਾਂਦਾ, ਤਾਂ ਸਰਕਾਰ, ਕਿਉਂਕਿ ਕੋਰਟ ਦੀ ਰੂਲਿੰਗ ਹੈਗੀ ਹੈ ਵੀ ਜਦੋਂ ਵੀ ਸਰਕਾਰ ਕਿਸੇ ਕਿਸਮ ਦੀ ਕੋਈ ਫੀਸ ਚਾਰਜ ਕਰਦੀ ਹੈ ਕਲਾਇੰਟ ਨੂੰ ਸਰਵਿਸ ਦੇਣ ਲਈ, ਤਾਂ ਫਿਰ ਉਹਨਾਂ ਨੂੰ ਡਿਫਾਈਨ ਕਰਨਾ ਪੈਂਦਾ ਵੀ ਕਿੰਨੇ ਸਮੇਂ ਦੇ ਵਿੱਚ ਇਹਦਾ ਨਿਪਟਾਰਾ ਕੀਤਾ ਜਾਏਗਾ। ਜੇ ਉਸ ਤੋਂ ਸਮਾਂ ਵੱਧ ਜਾਂਦਾ ਤਾਂ ਉਹਨੂੰ ਦੇਰੀ ਕਿਹਾ ਜਾਂਦਾ ਵੀ ਕੇਸ ਦੇ ਵਿੱਚ ਡਿਲੇ ਆ ਗਈ। ਸੋ ਸਰਕਾਰ ਦੇ ਕੋਲ ਇਹ ਜਿਹੜੀਆਂ ਪ੍ਰੋਸੈਸਿੰਗ ਟਾਈਮਸ ਨੇ ਇਹ ਵੈਬਸਾਈਟ ਤੇ ਵੀ ਪਬਲਿਸ਼ ਹੁੰਦੇ ਰਹਿੰਦੇ ਨੇ ਔਰ ਬਦਲਦੇ ਰਹਿੰਦੇ ਨੇ ਡਿਪੈਂਡਿੰਗ ਅਪੋਨ ਕਿਹੜੀ ਪ੍ਰੋਵਿੰਸ ਦੇ ਵਿੱਚ ਜਾਂ ਕਿਹੜੇ ਅਸੀਂ ਵੀਜ਼ਾ ਪੋਸਟ ਦੇ ਉੱਤੇ ਐਪਲੀਕੇਸ਼ਨ ਤੁਸੀਂ ਦਾਇਰ ਕੀਤੀ ਹੋਈ ਹੈ, ਉਸ ਸਮੇਂ ਜਿਹੜੀ ਆ ਉਸ ਜਿਹੜੀ ਦੇਰੀ ਆ ਉਸ ਪਰਟੀਕੂਲਰ ਕੈਟੇਗਰੀ ਦੇ ਵਿੱਚ ਉਹ ਕਿੰਨੀ ਲੱਗੀ ਹੋਈ ਹੈ, ਉਹ ਸਾਰੀ ਜਿਹੜੀ ਚੀਜ਼ ਆ ਉਹ ਡਿਫਾਈਨ ਕੀਤੀ ਹੁੰਦੀ ਹੈ ਉਹਨਾਂ ਵੈਬਸਾਈਟ। ਬਟ ਆਮ ਕਰਕੇ ਸਰਕਾਰ ਜਿਹੜੇ ਕਈ ਐਡਮਿਨਿਸਟ੍ਰੇਟਿਵ ਡਿਸੀਜਨ ਵੀ ਲੈਂਦੀ ਹੈ, ਕਈ ਚੀਜ਼ਾਂ ਨੂੰ ਪ੍ਰਾਇੋਰਟਾਈਜ਼ ਕਰਦੀ ਹੈ। ਜਿਸ ਤਰ੍ਹਾਂ ਦੀ ਜਿਹੜੀਆਂ ਕੈਟਾਗਰੀਜ਼ ਨੇ ਉਹਨਾਂ ਨੂੰ ਐਕਸਪੀਡਾਈਟ ਕੀਤਾ ਜਾਂਦਾ ਹੈ। ਜਿਵੇਂ ਹੁਣ ਜਿਹੜੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਵਿਅਕਤੀ ਨੇ ਉਹਨਾਂ ਦੀ ਐਪਲੀਕੇਸ਼ਨ ਨੂੰ ਐਕਸਪੀਡਾਈਟ ਕੀਤਾ ਗਿਆ। ਐਕਸਪੀਡਾਈਟ ਕਰਨ ਲਈ ਉਹਨਾਂ ਨੇ ਜਿਹੜਾ ਸਕੋਰ ਉਹਨੂੰ ਬਹੁਤ ਘਟਾਇਆ ਤਾਂ ਕਿ ਜਿਹੜੇ ਲੋਕਲ ਇੰਡੀਵਿਜੂਅਲ ਨੇ ਜਿਹਨਾਂ ਨੂੰ ਕੈਨੇਡਾ 'ਚ 1 ਸਾਲ ਕੰਮ ਕਰਦੇ ਨੂੰ ਹੋ ਗਿਆ ਹਾਈ ਸਕੇਲ ਦੇ ਵਿੱਚ, ਉਹਨਾਂ ਨੂੰ ਫਟਾਫਟ ਇਮੀਗ੍ਰੇਸ਼ਨ ਜਿਹੜੀ ਦਿੱਤੀ ਜਾਵੇ। ਪਰ ਇਹ ਜਿਹੜੀ ਡਿਲੇ ਹੈ, ਜੇ ਆਪਾਂ ਉਸ ਟੌਪਿਕ ਤੇ ਰਹੀਏ ਤਾਂ ਡਿਲੇ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਜਿਹੜੀ ਸੈਲਫ ਇਨਫਲਿਕਟਡ ਡਿਲੇ ਹੈ, ਪਹਿਲਾਂ ਉਹਨੂੰ ਘਟਾਇਆ ਜਾਵੇ। ਜਿਹੜੀ ਤੁਸੀਂ ਐਪਲੀਕੇਸ਼ਨ ਦਾਇਰ ਕਰਦੇ ਹੋ ਉਹ ਚੰਗੇ ਤਰੀਕੇ ਨਾਲ ਫਾਈਲ ਕੀਤੀ ਜਾਵੇ ਤਾਂ ਕਿ ਉਹ ਡਿਲੇ ਨਾ ਆਵੇ। ਸੋ ਉਹਦੇ ਲਈ ਤੁਹਾਨੂੰ ਇੱਕ ਚੰਗੇ ਕਾਉਂਸਲ ਦੀ ਜ਼ਰੂਰਤ ਹੁੰਦੀ ਹੈ ਜਿਹਦੇ ਕੋਲ ਐਕਸਪੀਰੀਅੰਸ ਐਕਸਪਰਟੀਜ਼ ਹੁੰਦੀਆਂ ਨੇ। ਸੈਕਿੰਡ ਜਿਹੜੀ ਡਿਲੇ ਹੈ, ਜਦੋਂ ਡਿਪਾਰਟਮੈਂਟ ਕੋਲ ਐਪਲੀਕੇਸ਼ਨ ਚਲੀ ਜਾਂਦੀ ਹੈ, ਫਿਰ ਐਪਲੀਕੇਸ਼ਨ ਜਦੋਂ ਤੁਸੀਂ ਫਾਈਲ ਕਰਦੇ ਹੋ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ। ਫਿਰ ਜਿਹੜੀ ਉਹਨਾਂ ਦੇ ਸਿਸਟਮ ਦੇ ਵਿੱਚ ਡਿਲੇ ਹੈ, ਉੱਥੋਂ ਆਪਣੀ ਐਪਲੀਕੇਸ਼ਨ ਨੂੰ ਕਿਵੇਂ ਤੁਸੀਂ ਡਰਾਈਵ ਥਰੂ ਕਰਨਾ, ਉਹ ਵੀ ਇੱਕ ਸਕਿੱਲ ਹੈ। ਮਤਲਬ ਇੱਕ ਤਾਂ ਤੁਸੀਂ ਐਗਜ਼ਾਮਪਲ ਆਮ ਕਰਕੇ ਸੁਣੇ ਹੋਣਗੇ ਵੀ ਜਦੋਂ ਕੋਈ ਵਿਅਕਤੀ ਦੋ ਐਪਲੀਕੇਸ਼ਨ ਫਾਈਲ ਕਰਦੇ ਨੇ, ਇੱਕ ਦਾ ਡਿਸੀਜਨ ਬਹੁਤ ਪਹਿਲਾਂ ਆ ਜਾਂਦਾ, ਦੂਸਰਾ ਵਿਅਕਤੀ ਆਮ ਜੀ ਗੱਲ ਸੁਣਨ ਚਾਹੁੰਦੀ ਹੈ। ਜੀ ਬਿਲਕੁਲ, ਬਹੁਤ ਕਾਮਨ ਐਗਜ਼ਾਮਪਲ ਹੈ ਵੀ ਸਟੂਡੈਂਟਸ ਆਪਣੀ ਐਪਲੀਕੇਸ਼ਨਾਂ ਦਾਇਰ ਕਰਦੇ ਨੇ, ਇੱਕ ਦਾ ਡਿਸੀਜਨ ਜਿਹੜਾ ਹੈਗਾ ਉਹ 6 ਮਹੀਨੇ ਪਹਿਲਾਂ ਆ ਜਾਂਦਾ, ਦੂਸਰੇ ਦੀ ਐਪਲੀਕੇਸ਼ਨ ਦਾ ਡਿਸੀਜਨ ਹੀ ਨਹੀਂ ਆਉਂਦਾ ਹੈਗਾ। ਸੋ ਇਸ ਕਰਕੇ ਜਿਹੜਾ ਇੰਡੀਵਿਜੂਅਲ ਇਹ ਚੀਜ਼ ਸਮਝ ਸਕਦਾ ਵੀ ਮੈਂ ਸਿਸਟਮ ਦੀ ਜਿਹੜੀ ਡਿਲੇ ਹੈ ਉਹਨੂੰ ਕਿਵੇਂ ਘਟਾ ਸਕਦਾ, ਉਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਉਹਦੇ ਕਰਕੇ ਹੀ ਕੇਸ ਡਿਲੇ ਹੁੰਦੇ ਨੇ, ਉਹਦੇ ਕਰਕੇ ਹੀ ਕੇਸ ਨਾਟ ਓਨਲੀ ਡਿਲੇ ਹੁੰਦੇ, ਰਿਫਿਊਜ਼ ਵੀ ਉਹਦੇ ਕਰਕੇ ਹੀ ਹੁੰਦੇ ਨੇ। ਸੋ ਜਿਹੜੀ ਸਿਸਟਮੈਟਿਕ ਡਿਲੇ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਮੇਰੀ ਕੇਸ ਦੇ ਵਿੱਚ ਡਿਲੇ ਆਈ ਕਿਉਂ ਹੈ। ਨੰਬਰ 1 ਇਹ ਸਭ ਤੋਂ ਪਹਿਲਾਂ ਤੁਸੀਂ ਸਮਝਣਾ ਹੁੰਦਾ ਜੀ। ਸੈਕੰਡ ਚੀਜ਼ ਹੈ ਇਹਦੀ ਰੈਮੇਡੀ ਕੀ ਹੈ,
ਤੁਹਾਨੂੰ ਡਿਲੇ ਪਤਾ ਲੱਗ ਜਾਂਦਾ ਵੀ ਡਿਲੇ ਕਿਉਂ ਆਈ ਹੈ, ਫਿਰ ਉਹਦੀ ਰੈਮੇਡੀ ਕੀ ਹੋਣੀ ਚਾਹੀਦੀ ਹੈ। ਥਰਡ, ਜੇ ਤੁਹਾਨੂੰ ਬੇਬਸੀ ਲੱਗਦੀ ਹੈ, ਫੋਰ ਐਗਜ਼ਾਮਪਲ ਆਮ ਕਰਕੇ ਤੁਸੀਂ ਸੁਣਿਆ ਹੋਊਗਾ ਵੀ ਤੁਸੀਂ ਜਾਂ ਤਾਂ ਆਪਣੇ ਇਲਾਕੇ ਦੇ MP ਸਾਹਿਬ ਨੂੰ ਕਹਿੰਦੇ ਹੋ ਵੀ ਜਿਹੜੀ ਸਾਡੀ ਕੋਈ ਲੈਟਰ ਪਾ ਦਿਓ ਇਮੀਗ੍ਰੇਸ਼ਨ ਨੂੰ, ਜਾਂ ਤੁਸੀਂ ਖੁਦ ਅਟੈਂਪਟ ਕਰਦੇ ਹੋ ਇਮੀਗ੍ਰੇਸ਼ਨ ਨੂੰ ਲੈਟਰ ਪਾਉਂਦੇ ਹੋ ਵੀ ਮੇਰੇ ਕੇਸ ਦਾ ਡਿਸੀਜਨ ਜਾਂ ਨਿਪਟਾਰਾ ਕੀਤਾ ਜਾਵੇ। ਉਹਨਾਂ ਵੱਲੋਂ ਇੱਕ ਸਟੈਂਡਰਡ ਜਵਾਬ ਆ ਜਾਂਦਾ ਵੀ ਤੁਹਾਡਾ ਜਿਹੜਾ ਕੇਸ ਹੈ ਉਹ ਇਨ ਪ੍ਰੋਸੈਸ ਹੈ ਤੇ ਤੁਸੀਂ ਵੇਟ ਕਰੋ ਜਿੰਨਾ ਦੇਰ ਅਸੀਂ ਤੁਹਾਡੇ ਕੇਸ ਨੂੰ ਫਾਈਨਲਾਈਜ਼ ਨਹੀਂ ਕਰ ਰਹੇ ਜੀ। ਤਾਂ ਜੇ ਤੁਹਾਨੂੰ ਬੇਬਸੀ ਮਹਿਸੂਸ ਹੁੰਦੀ ਹੈ ਵੀ ਤੁਸੀਂ ਕੁਝ ਕਰ ਨਹੀਂ ਸਕਦੇ, ਤਾਂ ਉਹਦੇ ਲਈ ਤੁਹਾਡੇ ਕੋਲ ਲੀਗਲ ਰੈਮੇਡੀ ਹੈ। ਅੱਛਾ, ਕਿਉਂਕਿ ਕਾਨੂੰਨ ਦੇ ਵਿੱਚ ਇਹ ਚੀਜ਼ ਡਿਫਾਈਨ ਕੀਤੀ ਗਈ ਹੈ ਵੀ ਜੇ ਤੁਹਾਡੇ ਕੇਸ ਦੇ ਵਿੱਚ ਸਰਕਾਰ ਨੇ ਫੀਸ ਲੈ ਲਈ ਜੀ, ਉਸ ਤੋਂ ਬਾਅਦ ਤੁਹਾਡਾ ਸਮਾਂ ਵੀ ਨਿਸ਼ਚਿਤ ਕਰਤਾ ਜੀ, ਉਸ ਤੋਂ ਵੱਧ ਸਮਾਂ ਲੱਗ ਰਿਹਾ ਔਰ ਤੁਹਾਨੂੰ ਸਿਰਫ ਵੇਟ ਕਰਨ ਲਈ ਕਿਹਾ ਜਾ ਰਿਹਾ, ਤਾਂ ਫਿਰ ਤੁਸੀਂ ਜਿਹੜਾ ਰਿਟ ਟੂ ਮੈਂਡਮਸ ਹੈ ਉਹ ਫਾਈਲ ਕਰ ਸਕਦੇ ਹੋ, ਦਾਇਰ ਕਰ ਸਕਦੇ ਹੋ। ਜੇ ਤੁਸੀਂ ਉਹ ਦਾਇਰ ਕਰ ਦਿੰਦੇ ਹੋ ਤਾਂ ਤੁਹਾਡਾ ਜਿਹੜਾ ਕੇਸ ਦਾ ਨਿਪਟਾਰਾ ਜਲਦੀ ਕਰਨਾ ਪਏਗਾ, ਜਾਂ ਫਿਰ ਕੋਰਟ ਉਹਨਾਂ ਨੂੰ ਇਨਸਟਰਕਸ਼ਨ ਦਿੰਦਾ ਵੀ ਜਿਹੜਾ ਕੇਸ ਹੈ ਇਹਨੂੰ ਫਟਾਫਟ ਜਿਹੜਾ ਨਿਪਟਾਰਾ ਕੀਤਾ ਇਹਨੂੰ ਹੋਰ ਸੁਖਾਲਾ ਕਰੀਏ ਜੀ। ਮੈਨੂੰ ਇਹ ਦੱਸਿਓ ਕਿ ਮੰਨ ਲਓ ਕਿਸੇ ਬੰਦੇ ਨੇ ਕਿ ਕੋਈ ਆਪਣਾ ਅਪਲਾਈ ਕੀਤਾ ਜੀ, ਉਹਦੇ 'ਚ ਲਿਖਿਆ ਕਿ 180 ਦਿਨ ਲੱਗਣੇ ਨੇ ਜੀ, ਆਪਣੇ 180 ਦੀ ਬਜਾਏ 180 ਦੀ 280 ਲੰਘ ਚੁੱਕੇ ਜੀ ਜੀ ਜੀ, ਪਰ ਅਸੀਂ ਡਰੀ ਜਾਂਦੇ ਆ ਕਿ ਜੇ ਯਾਰ ਪੁੱਛਿਆ ਕਿਤੇ ਕੇਸ ਹੀ ਰਿਫਿਊਜ਼ ਨਾ ਹੋ ਜੇ, ਕਿਤੇ ਸਾਡੇ ਤੇ ਗਾਜ਼ ਨਾ ਡਿੱਗ ਜੇ। ਜਿਸ ਤਰ੍ਹਾਂ ਤੁਸੀਂ ਮੈਂਬਰ ਪਾਰਲੀਮੈਂਟ ਕੀਤਾ, ਬਹੁਤਿਆਂ ਦੀ ਤਾਂ ਅਪਰੋਚ ਹੀ ਨਹੀਂ ਹੁੰਦੀ ਜੀ। ਜੇ ਕੋਈ ਚਲਾ ਜਾਵੇ ਉਹਨਾਂ ਨੂੰ ਘੜਿਆ ਘੜਾਇਆ ਸਵਾਲ ਆ ਜਾਂਦੇ ਤੁਹਾਡੇ ਤੇ ਕੰਮ ਹੋ ਰਿਹਾ ਹੈ ਜੀ। ਜੇ ਇਸ ਸਿਚੁਏਸ਼ਨ 'ਚ ਬੰਦਾ ਫਸਿਆ ਹੋਇਆ ਦੁਬਿਧਾ 'ਚ ਹੈ ਜੀ, ਜੇ ਮੰਨ ਲਓ ਵੀ ਉਹ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਜੀ, ਤਾਂ ਉਹਨੂੰ ਪਹਿਲਾਂ ਤਾਂ ਇਹ ਦੱਸੋ ਕਿ ਉਹਦੇ ਡਿਸੀਜਨ ਤੇ ਕੋਈ ਫਰਕ ਤਾਂ ਨਹੀਂ ਪੈਂਦਾ, ਪਹਿਲੀ ਗੱਲ ਜੀ। ਦੂਸਰੀ ਗੱਲ ਕਿ ਜੇ ਇਹ ਆਪਾਂ ਕਾਨੂੰਨੀ ਹੱਕ ਰੱਖਦੇ ਹਾਂ ਕਿ ਭਾਈ ਸਾਡਾ ਦਿਨ ਲੰਘ ਗਏ 180 ਜੀ, ਜਦੋਂ ਕਾਨੂੰਨ ਕਹਿੰਦਾ ਕਿ 180 ਦਿਨਾਂ ਦੇ ਅੰਦਰ ਅੰਦਰ ਨਿਪਟਾਰਾ ਹੋਵੇ, ਤਾਂ ਫਿਰ ਇਹ 180 ਦਿਨਾਂ ਤੋਂ ਵੱਧੇ ਕਿਉਂ ਨੇ ਜੀ? ਜੀ ਬਿਲਕੁਲ, ਜਿਹੜਾ ਬਾਈ ਜੀ ਡਿਫਰੈਂਸ ਹੈ, ਜੇ ਆਪਾਂ ਜਿਵੇਂ ਜ਼ਿਆਦਾ ਆਪਣੇ ਜਿਹੜੇ ਵਿਊਅਰਸ ਨੇ ਹਿੰਦੁਸਤਾਨ ਨੂੰ ਬਿਲੋਂਗ ਕਰਦੇ ਨੇ, ਕੈਨੇਡਾ ਤੇ ਹਿੰਦੁਸਤਾਨ ਦਾ ਮੇਨ ਡਿਫਰੈਂਸ ਇਹ ਹੈ ਬਿਕੋਜ਼ ਇੱਥੇ ਟਰਾਂਸਪੇਰੈਂਸੀ ਐਗਜ਼ਿਸਟ ਕਰਦੀ ਹੈ, ਸਿਸਟਮ ਜਿਹੜਾ ਬਹੁਤ ਟਰਾਂਸਪੇਰੈਂਟ ਹੈ। ਵੇਅਰ ਐਜ਼ ਜਿਹੜੇ ਪਬਲਿਕ ਆਫਿਸਿਸ ਇੰਡੀਆ ਦੇ ਨੇ ਉਹ ਇੰਨੇ ਟਰਾਂਸਪੇਰੈਂਟ ਨਹੀਂ ਹੈ। ਉੱਥੇ ਤੁਸੀਂ ਆਮ ਸੁਣਿਆ ਹੋਊਗਾ ਵੀ ਜਿਹੜੀ ਫਾਈਲ ਹੈ ਉਹਨੂੰ ਮੂਵ ਕਿਵੇਂ ਕਰਾਇਆ ਜਾਂਦਾ ਹੈ, ਟੇਬਲ ਤੇ ਪਈ ਆ ਜੀ। ਬਿਲਕੁਲ, ਕਿਸੇ ਕੋਈ ਬੰਦਾ ਉਹਨੂੰ 2 ਦਿਨਾਂ 'ਚ ਪ੍ਰੋਸੈਸ ਕਰਾ ਜਾਂਦਾ, ਕਿਸੇ ਦੇ ਉਹ 20 ਸਾਲ ਵੀ ਲੱਗ ਸਕਦੇ ਆ ਤੇ ਉਹ ਫਿਰ ਵੀ ਪ੍ਰੋਸੈਸ ਨਹੀਂ ਹੁੰਦੀ ਕਿਉਂਕਿ ਉੱਥੇ ਕੋਈ ਚੀਜ਼ ਦੀ ਸੁਣਵਾਈ ਨਹੀਂ ਹੈ। ਅੱਜ ਕੱਲ੍ਹ ਤਾਂ ਖੈਰ ਉੱਥੇ ਵੀ ਸਿਸਟਮ ਜਿਹੜਾ ਹੈਗਾ ਚੇਂਜ ਹੋ ਰਿਹਾ ਹੀ, ਤੇ ਤੁਹਾਡੇ ਜਿਹੜੇ ਰਾਈਟਸ ਨੇ ਉਹ ਵੱਧ ਰਹੇ ਨੇ। ਬਟ ਕੈਨੇਡਾ 'ਚ ਇਹ ਚੀਜ਼ਾਂ ਆਲਰੇਡੀ ਐਗਜ਼ਿਸਟ ਕਰਦੀਆਂ ਨੇ। ਪਹਿਲੀ ਗੱਲ ਹੈ ਵੀ ਜਦੋਂ ਤੁਸੀਂ ਆਪਣਾ ਕੇਸ ਹੈਂਡਲ ਕਰਦੇ ਹੋ, ਤਾਂ ਸਰਕਾਰ ਜਿਹੜਾ ਪਬਲਿਕ ਅਫੀਸ਼ੀਅਲ ਹੈ ਜਿਹੜਾ ਤੁਹਾਡੇ ਕੇਸ ਨੂੰ ਹੈਂਡਲ ਕਰ ਰਿਹਾ, ਉਹਦੀ ਜ਼ਿੰਮੇਵਾਰੀ ਹੈ ਵੀ ਉਹਨੇ ਉਹ ਕੇਸ ਦੀ ਜਿਹੜੀ ਆ ਪ੍ਰੋਸੈਸ ਕਰਨਾ, ਉਹ ਟਾਈਮਲੀ ਮੈਨਰ 'ਚ ਉਹਨੇ ਪ੍ਰੋਸੈਸ ਕਰਨਾ। ਔਰ ਇੱਥੇ ਦੇ ਜਿਹੜੇ ਪਬਲਿਕ ਆਫਿਸਿਸ ਨੇ ਜਾਂ ਪ੍ਰਾਈਵੇਟ ਆਫਿਸਿਸ, ਉਹਨਾਂ ਦੀ ਵਰਕਿੰਗ 'ਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੈ। ਤੁਸੀਂ ਦੇਖੋਗੇ ਵੀ ਅਕਾਊਂਟੇਬਿਲਿਟੀ ਪੂਰੀ ਤਰ੍ਹਾਂ ਐਸਟੈਬਲਿਸ਼ ਕੀਤੀ ਹੋਈ ਹੈ। ਇਹ ਨਹੀਂ ਹੈਗਾ ਵੀ ਕੋਈ ਸਰਕਾਰੀ ਇੰਡੀਵਿਜੂਅਲ ਜਾਂ ਪਬਲਿਕ ਆਫਿਸਰ ਇੱਥੇ ਦਾ ਬੜੇ ਆਰਾਮ ਨਾਲ ਬੈਠ ਜਾਊਗਾ ਕੁਰਸੀ ਤੇ ਪ੍ਰੋਸੈਸ ਨਹੀਂ ਕੰਮ ਕਰਦਾ ਹੈ। ਬਿਲਕੁਲ, ਉਹਨੂੰ ਜ਼ਿੰਮੇਵਾਰੀ ਨਾਲ ਕਰਨਾ ਪੈਂਦਾ ਔਰ ਅਕਾਊਂਟੇਬਿਲਿਟੀ ਸੈੱਟ ਕੀਤੀ ਹੋਈ ਹੈ। ਔਰ ਇਸ ਦੇ ਵਿੱਚ ਤੁਹਾਡੇ ਉੱਤੇ ਕੋਈ ਨੈਗੇਟਿਵ ਅਸਰ ਨਹੀਂ ਪੈਂਦਾ। ਉਹ ਇੱਕ ਪ੍ਰੋਵੀਜ਼ਨ ਰੱਖੀ ਹੋਈ ਹੈ, ਇੱਕ ਪਾਰਟ ਆਫ ਦ ਰੈਮੇਡੀ ਪ੍ਰੋਸੈਸ ਹੈ। ਕਿਉਂਕਿ ਇਹ ਚੀਜ਼ ਜਿਹੜੇ ਤੁਹਾਡਾ ਸਵਾਲ ਹੈ, ਹੋ ਸਕਦਾ ਵੀ ਇੱਕ ਇੰਡੀਵਿਜੂਅਲ ਹੈ ਜਿਹਦੇ ਕੰਮ ਹੈ, ਜਿਹਦੇ ਉੱਤੇ ਜ਼ਿੰਮੇਵਾਰੀ ਹੈ ਉਹਨੇ ਕੇਸ ਨੂੰ 180 ਦਿਨਾਂ ਵਿੱਚ ਪ੍ਰੋਸੈਸ ਕਰਨਾ। 180 ਦਿਨਾਂ 'ਚ ਪ੍ਰੋਸੈਸ ਨਹੀਂ ਹੋ ਰਿਹਾ ਤਾਂ ਤੁਸੀਂ ਅਪਰੋਚ ਕਰ ਰਹੇ ਹੋ ਕਿਸੇ ਵੀ ਤਰੀਕੇ ਨਾਲ ਤੇ ਕੇਸ ਨੂੰ ਜਲਦੀ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਜੇ ਉਹ ਸਾਰੇ ਆਪਸ਼ਨਸ ਵੀ ਫੇਲ ਹੋ ਜਾਂਦੀਆਂ ਨੇ ਕਿਉਂਕਿ ਇੰਡੀਵਿਜੂਅਲ ਜਿਹੜਾ ਆਫਿਸਰ ਹੈ ਉਹ ਤੁਹਾਨੂੰ ਰਿਸਪੌਂਡ ਨਹੀਂ ਕਰ ਰਿਹਾ, ਜਾਂ ਰਿਸਪੌਂਡ ਇੱਕ ਸਟੈਂਡਰਡ ਰਿਸਪੌਂਸ ਆ ਰਿਹਾ ਵੀ ਤੁਸੀਂ ਵੇਟ ਕਰੋ ਔਰ ਤੁਹਾਡਾ ਕੇਸ ਜਿਹੜਾ ਪ੍ਰੋਸੈਸ ਕੀਤਾ ਜਾਏਗਾ, ਜਾਂ ਤੁਹਾਡਾ ਰਿਪਰੈਜ਼ੈਂਟੇਟਿਵ ਵੀ ਤੁਹਾਨੂੰ ਕਹਿੰਦਾ ਵੀ ਤੁਸੀਂ ਵੇਟ ਕਰੋ ਤੁਹਾਡਾ ਕੇਸ ਇਨ ਪ੍ਰੋਸੈਸ ਹੈ। ਤਾਂ ਕੋਰਟ ਨੇ ਉਹਦੀ ਇੱਕ ਰੈਮੇਡੀ ਰੱਖੀ ਹੋਈ ਹੈ ਵੀ ਤੁਸੀਂ ਇਹ ਤੋਂ ਉੱਪਰਲੀ ਅਥਾਰਟੀ ਨੂੰ ਜਾ ਕੇ ਇਹ ਚੀਜ਼ ਕੁਐਸਚਨ ਕਰ ਸਕਦੇ ਹੋ, ਤਾਂ ਕਿ ਜਿਹੜੀ ਹਾਇਰ ਅਥਾਰਟੀ ਹੈ ਉਹ ਫਿਰ ਪਬਲਿਕ ਆਫਿਸ ਨੂੰ ਪੁੱਛਦੀ ਹੈ ਜਿਹੜੀ ਗਵਰਨ ਕਰਦੀ ਹੈ ਉਹਨਾਂ ਨੂੰ, ਉਹ ਤੇ ਹਾਇਰ ਅਥਾਰਟੀ ਦੇ ਕੋਲੇ ਹੱਕ ਹੈਗਾ ਔਰ ਉਹ ਇਨਸਟਰਕਸ਼ਨਸ ਪਾਸ ਔਨ ਕਰ ਸਕਦੀ ਹੈ। ਸੋ ਮੈਜੋਰਿਟੀ ਆਫ ਜਿਹੜੇ ਕੇਸ ਲਾਜ਼ ਜਿਹੜੇ ਪਹਿਲਾਂ ਡਿਫਾਈਨ ਕੀਤੇ ਹੋਏ ਨੇ ਰੈਟ ਟੂ ਮੈਂਡਮਸ, ਜਦੋਂ ਫਾਈਲ ਕੀਤਾ ਜਾਂਦਾ ਉਸ ਤੋਂ ਪਹਿਲਾਂ ਤੁਸੀਂ ਨੋਟਿਸ ਫਾਈਲ ਕਰਨਾ ਹੁੰਦਾ। ਇੱਕ ਸਟੈਂਡਰਡ ਪ੍ਰੋਸੀਜਰ ਹੈ, ਇਹ ਨਹੀਂ ਹੈਗਾ ਵੀ ਤੁਸੀਂ ਕੋਰਟ 'ਚ ਆ ਕੇ ਸਿੱਧਾ ਕੇਸ ਦਾਇਰ ਕਰ ਦਿਓ। ਸੋ ਤੁਸੀਂ ਇੱਕ ਸਟੈਂਡਰਡ ਪ੍ਰੋਸੀਜਰ ਹੈ ਜਿੱਥੇ ਤੁਸੀਂ ਅਫੀਸ਼ੀਅਲਸ ਨੂੰ ਇਹ ਚੀਜ਼ ਵਾਰਨ ਕਰ ਦਿਓ ਵੀ ਤੁਹਾਡੇ ਕੇਸ ਦੇ ਵਿੱਚ ਇੰਨਾ ਸਮਾਂ ਲੱਗ ਗਿਆ,
ਤੋ ਇੰਨੇ ਸਮੇਂ ਦੇ ਵਿੱਚ ਤੁਹਾਨੂੰ ਇਹਦਾ ਰਿਸਪੌਂਸ ਚਾਹੀਦਾ। ਨਾਓ ਜਿਹੜੀ ਫੈਡਰਲ ਕੋਰਟ ਦੇ ਜਿਹੜੇ ਡਿਸੀਜਨਸ ਨੇ ਉਹ ਬਾਈਂਡਿੰਗ ਡਿਸੀਜਨਸ ਨੇ। ਅੱਛਾ ਜੀ। ਸੋ ਐਜ਼ ਅ ਕਾਉਂਸਲ ਜਿਵੇਂ ਅਸੀਂ ਜਦ ਕਲਾਇੰਟ ਨੂੰ ਰਿਪਰੈਜ਼ੈਂਟ ਕਰਦੇ ਹਾਂ ਵਿਦ ਐਕਸਪੀਰੀਅੰਸ ਇਹ ਚੀਜ਼ਾਂ ਤੁਹਾਨੂੰ ਆ ਜਾਂਦੀਆਂ ਨੇ। ਤਾਂ ਹੀ ਤੁਹਾਡਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਹਦੀ ਚੋਣ ਸਹੀ ਹੋਣੀ ਚਾਹੀਦੀ ਹੈ। ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹਦੀ ਨੌਲੇਜ ਨਹੀਂ ਹੈ ਉਹਨਾਂ ਨੂੰ ਫਿਰ ਤੁਹਾਨੂੰ ਡਾਇਰੈਕਸ਼ਨ ਵੀ ਨਹੀਂ ਦੇ ਸਕਦੇ। ਫਿਰ ਤੁਹਾਨੂੰ ਡਾਇਰੈਕਸ਼ਨ ਬਿਲਕੁਲ ਸਟੈਂਡਰਡ ਡਾਇਰੈਕਸ਼ਨ ਮਿਲੇਗੀ। ਜਿਹੜਾ ਆਮ ਕਰਕੇ ਜਦੋਂ ਵਿਅਕਤੀ ਫਿਕਰਮੰਦ ਹੁੰਦਾ ਤਾਂ ਤੁਸੀਂ ਦਫ਼ਤਰ ਦੇ ਵਿੱਚ ਕਾਲ ਕਰਦੇ ਹੋ ਤਾਂ ਸਿਰਫ ਤੁਹਾਨੂੰ ਇੱਕ ਸਟੈਂਡਰਡ ਆਨਸਰ ਮਿਲਦਾ ਵੀ ਤੁਸੀਂ ਵੇਟ ਕਰੋ, ਤੁਹਾਡਾ ਕੁਝ ਆਇਆ ਨਹੀਂ। ਦਿਸ ਇਜ਼ ਅ ਸਟੈਂਡਰਡ ਆਨਸਰ। ਜਦ ਕਿ ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਵੀ ਵੈਬਸਾਈਟ ਤੇ ਜਿਹੜਾ ਟਾਈਮ ਲਿਖਿਆ ਹੋਇਆ 6 ਮੰਥਸ ਲਿਖਿਆ ਹੋਇਆ, ਮੇਰੇ ਕੇਸ ਨੂੰ 9 ਮਹੀਨੇ ਹੋ ਗਏ। ਸੋ ਇੱਕ ਰੀਜ਼ਨੇਬਲ ਐਕਸਪੈਕਟੇਸ਼ਨ ਹੁੰਦੀ ਹੈ ਵੀ 6 ਮਹੀਨਿਆਂ 'ਚ ਮੇਰਾ ਕੇਸ ਪ੍ਰੋਸੈਸ ਹੋ ਜਾਏਗਾ, ਮੇਰੇ ਕੇਸ ਨੂੰ 3 ਐਕਸਟਰਾ ਮੰਥ ਕਿਉਂ ਲੱਗੇ? ਪਰ ਜੇ ਹਾਲੇ ਵੀ ਤੁਹਾਡਾ ਰਿਪਰੈਜ਼ੈਂਟੇਟਿਵ ਇਹ ਕਹਿ ਰਿਹਾ ਵੀ ਤੁਸੀਂ ਵੇਟ ਕਰੋ, ਇਟ ਮੀਨਸ ਉਹਨਾਂ ਨੂੰ ਉਹ ਸਹੀ ਜਵਾਬ ਨਹੀਂ ਮਿਲ ਰਿਹਾ, ਉਹਨਾਂ ਕੋਲ ਉਹ ਰੈਮੇਡੀ ਦੀ ਨੌਲੇਜ ਨਹੀਂ ਹੈ ਵੀ ਮੈਂ ਕਿਸ ਤਰ੍ਹਾਂ ਇਹਨੂੰ ਸੈਟੀਸਫਾਈ ਕਰਨਾ ਜਾਂ ਕਿਸ ਤਰ੍ਹਾਂ ਮੈਂ ਇਹਦੀ ਜਿਹੜੀ ਪੈਰਵਾਈ ਉਹ ਕਰ ਸਕਦਾ ਕੇਸ ਦੀ। ਸੋ ਸਾਡੀ ਐਜ਼ ਅ ਕਾਉਂਸਲ ਇਹ ਜ਼ਿੰਮੇਵਾਰੀ ਹੁੰਦੀ ਹੈ ਕੇਸ ਨੂੰ ਲੈ ਕੇ, ਜੇ ਕਲਾਇੰਟ ਦਾ ਕੇਸ ਡਿਲੇ ਹੋ ਰਿਹਾ ਤਾਂ ਆਪਾਂ ਨੈਕਸਟ ਲੈਵਲ ਅਪਰੋਚ ਲੈ ਕੇ ਜਾਣੀ ਹੁੰਦੀ ਹੈ ਵੀ ਜੇ ਉਹ ਪਰਟੀਕੂਲਰ ਆਫਿਸ ਰਿਸਪੌਂਡ ਨਹੀਂ ਕਰ ਰਿਹਾ ਜਾਂ ਸਟੈਂਡਰਡ ਹੋਏਗੀ ਤਾਂ ਨੈਕਸਟ ਲੈਵਲ ਹੈਗਾ ਨੋਟਿਸ ਫਾਈਲ ਕਰਨਾ। ਨੋਟਿਸ ਤੋਂ ਬਾਅਦ ਜੇ ਆਨਸਰ ਨਹੀਂ ਹੈਗਾ ਦੈਨ ਗੋ ਟੂ ਦ ਕੋਰਟ। ਫਿਰ ਕੋਰਟ ਡਾਇਰੈਕਸ਼ਨ ਤੁਹਾਨੂੰ ਜਿਹੜਾ ਹੈਗਾ ਫੇਅਰ ਡਿਸੀਜਨ ਜਿਹੜਾ ਉਹ ਤੁਹਾਡੇ ਕੇਸ ਲੈ ਕੇ ਆਊਗਾ। ਜਿਹੜਾ ਕੇਸ ਦੀ ਪੋਜ਼ਿਟਿਵ ਡਿਸੀਜਨ, ਜਿਵੇਂ ਤੁਸੀਂ ਕਿਹਾ ਸੀ ਵੀ ਕੋਈ ਕੇਸ ਤੇ ਨੈਗੇਟਿਵ ਡਿਸੀਜਨ ਤਾਂ ਨਹੀਂ ਪੈਂਦਾ, ਉਹ ਬਿਲਕੁਲ ਬਈ ਜੀ ਜਿਹੜਾ ਆਫਿਸਰ ਹੈਗਾ ਜਦੋਂ ਤੁਹਾਡੇ ਕੇਸ ਤੇ ਡਿਸੀਜਨ ਹੁੰਦਾ ਉਹ ਡਿਸੀਜਨ ਉਹਨੂੰ ਵੈਰੀਫਾਈ ਕਰਨਾ ਪਏਗਾ ਜਿਹੜੀ ਇਨਫੋਰਮੇਸ਼ਨ ਤੁਸੀਂ ਦੇ ਰਹੇ ਹੋ। ਜੇ ਤੁਹਾਡੀ ਇਨਫੋਰਮੇਸ਼ਨ ਵੈਰੀਫਾਈ ਹੋਣ ਤੋਂ ਬਾਅਦ ਕੋਈ ਵੀ ਮਿਸਲੀਡਿੰਗ ਇਨਫੋਰਮੇਸ਼ਨ ਜਾਂ ਉਹਨੂੰ ਲੱਗਦਾ ਵੀ ਤੁਸੀਂ ਕੋਈ ਇਨਫੋਰਮੇਸ਼ਨ ਕੰਸੀਲ ਨਹੀਂ ਕਰ ਰਹੇ ਤਾਂ ਬਿਲਕੁਲ ਤੁਹਾਡੇ ਕੇਸ ਤੇ ਨੈਗੇਟਿਵ ਡਿਸੀਜਨ ਨਹੀਂ ਲਿਆ ਜਾ ਸਕਦਾ। ਪਰ ਜੇ ਤੁਸੀਂ ਕਿਸੇ ਨਾ ਕਿਸੇ ਕਿਸਮ ਦੀ ਇਨਫੋਰਮੇਸ਼ਨ ਮਿਸਲੀਡ ਕੀਤੀ ਹੈ, ਮਿਸਰਿਪਰੈਜ਼ੈਂਟੇਸ਼ਨ ਹੋਈ ਹੈ ਜਾਂ ਤੁਸੀਂ ਕੋਈ ਇਨਫੋਰਮੇਸ਼ਨ ਕੰਸੀਲ ਕੀਤੀ ਹੈ ਤਾਂ ਫਿਰ ਤੁਹਾਡੀ ਕੇਸ ਦੇ ਜਿਹੜੇ ਅਲਟੀਮੇਟ ਕੌਨਸੀਕੁਐਂਸ ਨੇ ਉਹ ਰਿਫਿਊਜ਼ ਹੋ ਸਕਦਾ। ਇਸ ਤੋਂ ਬਾਅਦ ਤੁਹਾਨੂੰ 5 ਸਾਲ ਲਈ ਬੈਨ ਕੀਤਾ ਜਾ ਸਕਦਾ। ਜੇ ਤੁਹਾਨੂੰ ਪਰਮਨੈਂਟ ਇਮੀਗ੍ਰੇਸ਼ਨ ਮਿਲ ਚੁੱਕੀ ਹੈ ਤਾਂ ਤੁਹਾਡੀ ਪਰਮਨੈਂਟ ਇਮੀਗ੍ਰੇਸ਼ਨ ਲਈ ਵੀ ਜਾ ਸਕਦੀ ਹੈ, ਸਿਟੀਜ਼ਨਸ਼ਿਪ ਵੀ ਹੋਈ ਜਾ ਸਕਦੀ ਹੈ, ਬਿਲਕੁਲ ਤੁਹਾਡੀ ਵਾਪਸ ਲਈ ਜਾ ਸਕਦੀ ਹੈ। ਕਿਉਂਕਿ ਜੇ ਇਹ ਚੀਜ਼ ਸਾਬਿਤ ਹੋ ਜਾਂਦੀ ਹੈ ਵੀ ਜਿਸ ਕਾਰਨ ਕਰਕੇ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ ਉਹ ਆਫਿਸਰ ਦੀ ਇੱਕ ਐਰਰ ਇੰਡਿਊਸ ਹੋਈ ਸੀ ਜਿਹਦੇ ਕਰਕੇ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ, ਤਾਂ ਉਹ ਐਰਰ ਦੀ ਕਰੈਕਸ਼ਨ ਇਹ ਹੈ ਵੀ ਤੁਹਾਡੀ ਜਿਹੜੀ ਉਹ ਐਰਰ ਹੋਈ ਸੀ ਉਹ ਦੁਬਾਰਾ ਜਿਹੜੀ ਚੀਜ਼ ਤੁਹਾਨੂੰ ਦਿੱਤੀ ਗਈ ਸੀ ਉਹ ਵਾਪਸ ਲੈ ਲਈ ਜਾਂਦੀ ਹੈ। ਸੋ ਕਾਨੂੰਨ ਦੇ ਵਿੱਚ ਇਹ ਵੀ ਪ੍ਰੋਵੀਜ਼ਨਸ ਹੈਗੇ। ਸੋ ਇਹ ਚੀਜ਼ਾਂ ਜਿਵੇਂ ਇਹਨੂੰ ਅਲਟੀਮੇਟਲੀ ਚੈਲੰਜ ਜ਼ਰੂਰ ਕੀਤਾ ਜਾ ਸਕਦਾ। ਜਿਹੜਾ ਪਰਮਨੈਂਟ ਰੈਜ਼ੀਡੈਂਟ ਹੈ ਵਰਸਸ ਜੇ ਕੋਈ ਸਟੂਡੈਂਟ ਜਾਂ ਟੈਂਪਰੇਰੀ ਤੌਰ ਤੇ ਕੈਨੇਡਾ ਆਇਆ ਉਹਨੂੰ ਜੇ ਕੈਨੇਡਾ ਤੋਂ ਰਿਮੂਵ ਕਰਨਾ ਉਹ ਕਾਫੀ ਆਸਾਨ ਹੈ ਐਜ਼ ਕੰਪੇਅਰ ਟੂ ਪਰਮਨੈਂਟ ਰੈਜ਼ੀਡੈਂਟ। ਪਰਮਨੈਂਟ ਰੈਜ਼ੀਡੈਂਟ ਕੋਲ ਹਿਊਮੈਨਿਟੇਰੀਅਨ ਕੰਪੈਸ਼ਨੇਟ ਕੰਸੀਡਰੇਸ਼ਨ ਵੀ ਆ ਜਾਂਦਾ ਜੇ ਉਹ ਤਰਸ ਦੇ ਆਧਾਰ ਤੇ ਵੀ ਅਪੀਲ ਦਾਇਰ ਕਰਦਾ ਕਿਉਂਕਿ ਉਹਨੂੰ ਲੰਬਾ ਸਮਾਂ ਕੈਨੇਡਾ ਦੇ ਵਿੱਚ ਹੋ ਗਿਆ, ਪੁਰਾਣੀ ਉਹ ਜਿਹੜੀ ਉਹਨੇ ਗਲਤੀ ਕੀਤੀ ਉਹਨੂੰ ਜੈਨੂਇਨ ਰਿਮੋਰਸ ਹੈਗਾ, ਤਾਂ ਫਿਰ ਇਹ ਜੱਜ ਸਾਹਿਬ ਦੇ ਹੱਥ 'ਚ ਅਧਿਕਾਰ ਹੁੰਦਾ ਵੀ ਉਹਨਾਂ ਦੀ ਗਲਤੀ ਹੋਣ ਦੇ ਬਾਵਜੂਦ ਜਿਹੜਾ ਉਹਨਾਂ ਨੂੰ ਸਪੈਸ਼ਲ ਰਿਲੀਫ ਦੇ ਦੇਣ ਔਰ ਤਰਸ ਦੇ ਆਧਾਰ ਤੇ ਉਹਨਾਂ ਨੂੰ ਇਮੀਗ੍ਰੇਸ਼ਨ ਜਿਹੜੀ ਹੈ ਬਰਕਰਾਰ ਕਰ ਦੇਣ। ਭਾਈ ਜਿਹੜੀ ਜਿੱਥੋਂ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ ਸੀ ਕਿ 2 ਤਰੀਕਿਆਂ ਦੇ ਨਾਲ ਡਿਲੇਸ ਹੁੰਦੀਆਂ ਨੇ। ਪਹਿਲੀ ਕਿ ਤੁਹਾਡੇ ਆਪਣੇ ਵੱਲੋਂ ਡਿਲੇ ਨਾ ਹੋਵੇ, ਉਹਦੇ ਲਈ ਇਨਸਾਨ ਨੂੰ ਕੀ ਧਿਆਨ ਰੱਖਣਾ ਚਾਹੀਦਾ? ਜੀ ਬਿਲਕੁਲ, ਆਪਣੇ ਵੱਲੋਂ ਜਿਹੜੀ ਡਿਲੇ ਹੈ ਬਈ ਜੀ ਉਹਦੇ ਲਈ ਜਦੋਂ ਪਿਛਲੀ ਇਮੀਗ੍ਰੇਸ਼ਨ ਐਕਟ ਦੇ ਵਿੱਚ ਸੋਧ ਕੀਤੀ ਗਈ ਸੀ ਅੱਜ ਤੋਂ 4 ਜਾਂ 5 ਸਾਲ ਪਹਿਲਾਂ, ਜਦੋਂ ਮਾਫ ਕਰਨਾ ਤੋਂ ਜ਼ਿਆਦਾ ਸਮਾਂ ਹੋ ਗਿਆ, ਜਿਹੜੀ ਪਿਛਲੀ ਸਰਕਾਰ ਸੀ ਕੰਜ਼ਰਵੇਟਿਵ ਸਰਕਾਰ, ਹਾਂਜੀ ਕੰਜ਼ਰਵੇਟਿਵ ਸਰਕਾਰ ਵੱਲੋਂ, ਤਾਂ ਉਹਨਾਂ ਨੇ ਇੱਕ ਜਿਹੜੀ ਬੈਕਲੌਗ ਰਿਡਕਸ਼ਨ ਪ੍ਰੋਗਰਾਮ ਲਾਂਚ ਕੀਤਾ ਸੀ ਜਿਹਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਜਦੋਂ ਤੁਸੀਂ ਐਪਲੀਕੇਸ਼ਨ ਦਾਇਰ ਕਰੋ ਤਾਂ ਤੁਹਾਡੇ ਐਪਲੀਕੇਸ਼ਨ ਦੇ ਵਿੱਚ ਜੇ ਤੁਸੀਂ ਕੋਈ ਜ਼ਰੂਰੀ ਜਿਹੜੇ ਕਾਗਜ਼ ਨੇ ਉਹ ਮਿਸਿੰਗ ਨੇ ਜਾਂ ਇਨਫੋਰਮੇਸ਼ਨ ਜ਼ਰੂਰੀ ਹੈ ਉਹ ਮਿਸਿੰਗ ਹੈ ਤਾਂ ਤੁਹਾਨੂੰ ਲੈਟਰ ਪਾ ਕੇ ਮੰਗ ਲਏ ਜਾਂਦੇ ਸੀ। ਪਰ ਹੁਣ ਤੁਹਾਨੂੰ ਫਾਈਲ ਨੰਬਰ ਵੀ ਜਨਰੇਟ ਨਹੀਂ ਹੁੰਦਾ, ਤੁਹਾਡੀ ਐਜ਼ ਇਟ ਇਜ਼ ਐਪਲੀਕੇਸ਼ਨ ਵਾਪਸ ਕਰਤੀ ਜਾਂਦੀ ਹੈ। ਸੋ ਇਟ ਮੀਨਸ ਜਦੋਂ ਤੁਸੀਂ ਐਪਲੀਕੇਸ਼ਨ ਦਾਇਰ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਪੂਰੀ ਐਪਲੀਕੇਸ਼ਨ ਵੈਰੀਫਾਈ ਕਰਨੀ ਹੈ ਵੀ ਮੇਰੀ ਐਪਲੀਕੇਸ਼ਨ ਦੇ ਵਿੱਚ ਕੋਈ ਖਾਲੀ ਤਾਂ ਨਹੀਂ ਰਹਿ ਗਿਆ ਕੁਝ। ਜੇ ਐਪਲੀਕੇਸ਼ਨ ਦੇ ਵਿੱਚ ਕੁਝ ਵੀ ਖਾਲੀ ਛੱਡਤਾ ਤੁਸੀਂ ਤਾਂ ਫਿਰ ਤੁਹਾਡੀ ਐਪਲੀਕੇਸ਼ਨ ਵਾਪਸ ਆਏਗੀ, ਐਕਸੈਪਟ ਨਹੀਂ ਹੋਏਗੀ। ਸੈਕੰਡ, ਉਹਦੇ 'ਚ ਕੁਝ ਮੈਂਡੇਟਰੀ ਡਾਕੂਮੈਂਟਸ ਨੇ ਜਿਹੜੇ ਐਪਲੀਕੇਸ਼ਨ ਦਾ ਪਾਰਟ ਹੋਣਾ ਚਾਹੀਦੇ ਨੇ, ਜਿਵੇਂ ਕਿ ਤੁਹਾਡੇ ਆਇਡੈਂਟੀਟੀ ਡਾਕੂਮੈਂਟਸ ਜਿਹੜੇ ਜਿਸ ਬੇਸਿਸ ਤੇ ਤੁਸੀਂ ਇਮੀਗ੍ਰੇਸ਼ਨ ਮੰਗ ਰਹੇ ਹੋ ਉਹ ਵਾਲੇ ਡਾਕੂਮੈਂਟਸ। ਜੇ ਇੰਗਲਿਸ਼ ਦੀ ਰਿਕੁਆਇਰਮੈਂਟ ਮੈਂਡੇਟਰੀ ਹੈ ਤਾਂ ਆਈਲੈਟਸ ਜਾਂ ਜਿਹੜਾ ਸੈਲਫ-ਪਿਪ ਦਾ ਸਕੋਰ, ਤੇ ਜਾਂ ਤੁਸੀਂ ਜੇ ਐਜੂਕੇਸ਼ਨ ਦਾ ਇੱਕ ਬੇਸ ਬਣਾ ਰਹੇ ਹੋ ਆਪਣੀ ਇਮੀਗ੍ਰੇਸ਼ਨ ਦੇ ਲਈ ਤਾਂ ਉਹ ਤੁਹਾਡਾ ਮੈਂਡੇਟਰੀ ਡਾਕੂਮੈਂਟਸ। ਪੁਲਿਸ ਕਲੀਅਰੈਂਸ ਇਹ ਰਿਕਮੈਂਡਡ ਹੈ, ਕਈ ਕੇਸਿਸ ਦੇ ਵਿੱਚ ਉਹ ਬਾਅਦ 'ਚ ਵੀ ਲਿਆ ਜਾਂਦਾ।
ਮੈਡੀਕਲ ਜਿਹੜਾ ਅਪਫਰੰਟ ਵੀ ਹੋ ਸਕਦਾ, ਬਾਅਦ ਚ ਵੀ ਹੋ ਸਕਦਾ। ਸੋ ਜਿਹੜੇ ਡਾਕੂਮੈਂਟਸ ਮੈਂਡੇਟਰੀ ਨੇਚਰ ਦੇ ਡਾਕੂਮੈਂਟਸ ਹੈ, ਜੇ ਉਹ ਤੁਹਾਡੀ ਐਪਲੀਕੇਸ਼ਨ ਦਾ ਪਾਰਟ ਨਹੀਂ ਹੈ ਤਾਂ ਫਿਰ ਤੁਹਾਡੀ ਐਪਲੀਕੇਸ਼ਨ ਵਾਪਸ ਆਏਗੀ। ਉਹ ਇੱਕ ਜਿਹੜਾ ਦੇਰੀ ਦਾ ਕਾਰਨ ਬਣਦਾ। ਜਦੋਂ ਵੀ ਇਹ ਤੁਸੀਂ ਅਪਲਾਈ ਕਰਦੇ ਹੋ, ਇਹ ਦੋ ਚੀਜ਼ਾਂ ਜਿਹੜੀਆਂ ਧਿਆਨ ਚ ਰੱਖਣੀਆਂ ਬਹੁਤ ਜ਼ਰੂਰੀ ਹੁੰਦੀਆਂ। ਤੀਸਰੀ ਇੱਕ ਜਿਹੜੀ ਚੀਜ਼ ਇੰਪੋਰਟੈਂਟ ਇਹ ਚੀਜ਼ ਹੁੰਦੀ ਹੈ ਵੀ ਜਦੋਂ 80 ਕੇਸਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ 80 ਕੇਸ ਇੱਕ ਬਹੁਤ ਬੜਾ ਨੰਬਰ ਹੈ, ਕਿਉਂਕਿ ਕੈਨੇਡਾ ਦੇ ਜਿਹੜੇ ਪ੍ਰੋਗਰਾਮ ਨੇ ਉਹ ਬੜੇ ਯੂਨੀਕ ਨੇ ਗਲੋਬਲੀ। ਆਮ ਕਰਕੇ ਜਿਹੜੀਆਂ ਕੰਟਰੀਜ਼ ਨੇ ਉਹਨਾਂ ਕੋਲ ਬੜੇ ਗਿਣੇ ਮਿਥਵੇਂ ਪ੍ਰੋਗਰਾਮਸ ਹੁੰਦੇ ਨੇ, ਪਰ ਕੈਨੇਡਾ ਦੇ ਕੋਲ ਵਾਈਡ ਰੇਂਜ ਆਫ ਆਪਸ਼ਨਸ ਨੇ, ਜਿਹਦੇ ਵਿੱਚ ਕਈ ਪ੍ਰੋਗਰਾਮਸ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ 1 ਸਾਲ ਹੈ। ਫੋਰ ਐਗਜ਼ਾਮਪਲ ਕਿਸੇ ਸਕਿਲਡ ਵਰਕਰ ਨੇ ਹਿੰਦੁਸਤਾਨ ਤੋਂ ਕੈਨੇਡਾ ਦੇ ਵਿੱਚ ਦਾਖਲ ਹੋਣਾ, ਸੋ ਉਹਨਾਂ ਨੇ ਦੇਖਣਾ ਵੀ ਉਹ ਕਿਹੜਾ ਪ੍ਰੋਗਰਾਮ ਚੂਜ਼ ਕਰਨ ਜਿਹਦੇ ਕਰਕੇ ਉਹਨਾਂ ਦੀ ਇਮੀਗ੍ਰੇਸ਼ਨ ਜਿਹੜੀ ਹੈ ਬਿਨਾਂ ਘੱਟ ਹਰਡਲਸ ਦੇ ਨਾਲ ਕੈਨੇਡਾ ਦੇ ਵਿੱਚ ਦਾਖਲ ਹੋ ਜਾਣ। ਕਈ ਕੇਸਿਸ ਦੇ ਵਿੱਚ ਤੁਸੀਂ ਮਲਟੀਪਲ ਆਫਿਸਿਸ ਦੇ ਥਰੂ ਤੁਹਾਨੂੰ ਜਾਣਾ ਪੈਂਦਾ ਹੈ ਉਹ ਫਾਈਨਲ ਡੈਸਟੀਨੇਸ਼ਨ ਤੇ ਪਹੁੰਚਣ ਲਈ। ਜਿੰਨੇ ਮਲਟੀਪਲ ਆਫਿਸਿਸ ਤੁਸੀਂ ਇਨਵੋਲਵ ਕਰੋਗੇ ਆਪਣੀ ਐਪਲੀਕੇਸ਼ਨ ਦੇ ਵਿੱਚ, ਦੇਰੀ ਆਟੋਮੈਟਿਕਲੀ ਹਰੇਕ ਦਫ਼ਤਰ ਦੇ ਵਿੱਚ ਆਉਣੀ ਹੈ, ਹਰੇਕ ਦਫ਼ਤਰ ਦੇ ਵਿੱਚ ਤੁਹਾਡੀਆਂ ਫੀਸਾਂ ਜ਼ਿਆਦਾ ਲੱਗਣੀਆਂ। ਸੋ ਜੇ ਤੁਹਾਡਾ ਜਿਹੜਾ ਕਾਉਂਸਲ ਹੈ ਉਹ ਐਥੀਕਲ ਨਹੀਂ ਪ੍ਰੈਕਟਿਸ ਕਰ ਰਿਹਾ, ਉਹ ਤੁਹਾਨੂੰ ਲੰਬਾ ਰਸਤਾ ਵੀ ਦੱਸ ਸਕਦਾ, ਜਿਹਦੇ ਕਰਕੇ ਤੁਹਾਡੀ ਇਮੀਗ੍ਰੇਸ਼ਨ ਹੋਰ ਲੰਬੀ ਪੈ ਜਾਂਦੀ ਹੈ। ਪਰ ਜੇ ਸ਼ਾਰਟਕਟ ਕੋਈ ਵੇ ਹੈਗਾ ਜਿਹਦੇ ਕਰਕੇ ਤੁਸੀਂ ਜਿਵੇਂ ਇੱਕ ਤੀਰ ਨਾਲ ਦੋ ਸ਼ਿਕਾਰ ਕਰ ਸਕਦੇ ਹੋ, ਉਹ ਆਪਸ਼ਨਸ ਵੀ ਹੁੰਦੀਆਂ ਨੇ। ਔਰ ਤੁਹਾਡੇ ਕੋਲ ਕਈ ਵਾਰ ਆਪਸ਼ਨ ਦੇ ਵਿੱਚ ਚੋਇਸਿਸ ਹੁੰਦੀਆਂ ਨੇ ਵੀ ਜਿਵੇਂ ਤੁਸੀਂ ਪਾਥ A ਪਾਥ B ਇਹ ਇਕੱਠੀਆਂ ਐਪਲੀਕੇਸ਼ਨ ਲਾਤੀਆਂ, ਜਿਹਦਾ ਪਹਿਲਾਂ ਡਿਸੀਜਨ ਆ ਗਿਆ ਉਸ ਤੋਂ ਬਾਅਦ ਦੂਜੀ ਐਪਲੀਕੇਸ਼ਨ ਵਾਪਸ ਕਰ ਲਓ। ਸੋ ਦੇਅਰ ਆਰ ਇਹ ਕੰਬੀਨੇਸ਼ਨਸ ਬਣਾਉਣੇ ਪੈਂਦੇ ਨੇ। ਜਦੋਂ ਤੁਸੀਂ ਸਲਾਹ ਲੈਂਦੇ ਹੋ ਇਹ ਕੰਬੀਨੇਸ਼ਨ ਦੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ। ਔਰ ਪਲੀਜ਼ ਕਦੇ ਵੀ ਜੋ ਕੇਸ ਕਿਸੇ ਨੂੰ ਦਿੰਦੇ ਹੋ, ਜੇ ਤੁਹਾਨੂੰ ਨਹੀਂ ਤਾਂ ਉਸ ਬੰਦੇ ਨੂੰ ਤਾਂ ਘੱਟੋ ਘੱਟ ਹੋਵੇ ਜਿਹਨੂੰ ਤੁਸੀਂ ਹਾਇਰ ਕੀਤਾ, ਬਿਲਕੁਲ ਸਮਝ ਕੇ ਦਿਓ। ਔਰ ਮੈਂ ਬਹੁਤ ਇਹੋ ਜਿਹੇ ਇੰਸੀਡੈਂਟ ਹੁੰਦੇ ਨੇ ਜਿੱਥੇ ਇੰਡੀਵਿਜੂਅਲ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਸੀ, ਮੇਰੇ ਤੋਂ ਸਿਰਫ ਪਾਸਪੋਰਟ ਮੰਗਿਆ ਗਿਆ ਸੀ, ਮੈਂ ਤੋਂ ਸਿਰਫ ਪੈਸੇ ਮੰਗੇ ਗਏ ਸੀ ਤੇ ਪੇਪਰ ਐਜੂਕੇਸ਼ਨ ਦੇ ਮੰਗੇ ਗਏ ਸੀ, ਮੈਨੂੰ ਇਹ ਨਹੀਂ ਪਤਾ ਮੈਂ ਕਿਹੜੀ ਕੈਟਾਗਰੀ 'ਚ ਐਪਲੀਕੇਸ਼ਨ ਲਾਈ ਹੈ। ਜਦ ਕਿ ਕੈਟਾਗਰੀ ਤਾਂ 80 ਕੈਟਾਗਰੀਜ਼ ਐਗਜ਼ਿਸਟ ਕਰਦੀਆਂ ਨੇ, ਤਾਂ ਤੁਸੀਂ ਆਪਸ਼ਨ ਦੇਖਿਆ ਕਰੋ ਵੀ ਕਿਹੜੀ ਆਪਸ਼ਨ ਤੁਹਾਡੇ ਕੋਲ ਬੈਸਟ ਆਪਸ਼ਨ ਅਵੇਲੇਬਲ ਹੈ, ਜਿਹਦੇ ਕਰਕੇ ਇਹ ਦੇਰੀ ਹੈ ਜਿਹੜੀ ਘਟਾਈ ਜਾ ਸਕਦੀ ਹੈ। ਭਾਈ ਜੀ ਲੋਕ ਭੋਲੇ ਵੀ ਬਹੁਤ ਨੇ। ਮੈਂ ਕੱਲ ਹੀ ਕਿਤੇ ਪੰਜਾਬ 'ਚ ਗੱਲ ਕਰ ਰਿਹਾ ਸੀ ਜੀ, ਉਹ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਸਾਡੇ ਬੱਚੇ ਪੜ੍ਹਨ ਵਾਸਤੇ ਕੈਨੇਡਾ ਆਏ ਨੇ ਜੀ। ਮੈਂ ਉਹਨੂੰ ਪੁੱਛਿਆ ਕਿ ਕਿਹੜੇ ਸ਼ਹਿਰ ਗਏ ਨੇ, ਕਹਿੰਦੇ ਇਹ ਤਾਂ ਸਾਨੂੰ ਏਜੰਟ ਨੇ ਦੱਸਿਆ ਨਹੀਂ ਪਰ ਗਏ ਹੋਏ ਨੇ ਜੀ। ਤੁਸੀਂ ਦੇਖੋ ਕਿ ਭੋਲੇਪਣ ਦੀ ਬੇਸਿਕਲੀ ਹੱਦ ਹੈ ਜੀ। ਪਰ ਹੁਣ ਜਦੋਂ ਉਹੋ ਜਿਹੇ ਲੋਕ ਕਿਸੇ ਉਸ ਤਰ੍ਹਾਂ ਦੇ ਉੱਥੇ ਕੰਸਲਟੈਂਟ ਕੋਲ ਜਾਂਦੇ ਨੇ, ਫਿਰ ਤੁਹਾਨੂੰ ਪਤਾ ਕਿ ਜਿਹੜਾ ਬੰਦਾ ਸੋਚਦਾ ਯਾਰ ਇਹਨਾਂ ਨੂੰ ਪਤਾ ਹੀ ਕਿਸੇ ਚੀਜ਼ ਦਾ ਨਹੀਂ ਜੀ, ਉਹ ਫਿਰ ਜੋ ਕਹਿੰਦੇ ਨੇ ਅਗਲਾ ਕਹਿੰਦਾ ਕਿੰਨੇ ਪੈਸੇ ਦੇ ਦਿਆਂਗੇ ਜੀ। ਉਹਨਾਂ ਨੂੰ ਤਾਂ ਪੈਸਿਆਂ ਦੀ ਕੋਈ ਚੱਕਰ ਨਹੀਂ, ਸਾਡਾ ਬੱਚਾ ਜਾਂ ਬੱਚੀ ਕੈਨੇਡਾ ਪਹੁੰਚ ਜੇ ਜਾਂ ਕਿਸੇ ਵੀ ਮੁਲਕ 'ਚ ਪਹੁੰਚ ਜਾਏ। ਹੁਣ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜੇ ਤੁਹਾਨੂੰ ਨਹੀਂ ਪਤਾ ਤਾਂ ਘੱਟੋ ਘੱਟ ਜਿਹੜਾ ਤੁਸੀਂ ਬੰਦਾ ਪ੍ਰੋਫੈਸ਼ਨਲ ਹਾਇਰ ਕੀਤਾ ਉਹਨੂੰ ਪਤਾ ਹੋਵੇ। ਆ ਜਿਸ ਗੱਲ ਦਾ ਤੁਸੀਂ ਜ਼ਿਕਰ ਕੀਤਾ ਜਦੋਂ 75 ਸਕੋਰ ਵਾਲੀ ਗੱਲ ਚੱਲੀ, ਮੈਂ ਕੋਈ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਤੁਹਾਡੇ ਕੋਲੇ ਮਾਹਰ ਆਉਂਦੇ ਨੇ। ਇੰਨੇ ਕੁ ਫੋਨ ਇੱਥੇ ਆਏ, ਬਸ ਹਰ ਇੱਕ ਬੰਦਾ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਹੈ ਜੀ, ਮੈਨੂੰ ਤਾਂ 99 ਨੂੰ ਪੌਣੇ 2 ਸਾਲ ਹੋ ਗਏ। ਜੀ ਜੀ। ਮੈਂ ਕਿਹਾ ਵੀ ਤੁਸੀਂ ਆਪਣੇ ਬੰਦੇ ਨੂੰ ਪੁੱਛੋ ਜੀ ਤੋਂ ਕੇਸ ਲਾ, ਉਹ ਤਾਂ ਕਹਿੰਦੇ ਨੇ ਜੀ ਵੀ ਤੁਹਾਡਾ ਵੀ ਹੋ ਹੀ ਜਾਣਾ, ਬਸ ਪੇਪਰ ਰੈਡੀ ਕਰ ਲਓ। ਜੀ ਜੀ। ਹੁਣ ਇਹ ਨੀਮ ਹਕੀਮ ਖਤਰਾ ਹੈ ਜਾਣ ਵਾਲੀ ਗੱਲ ਹੈ। ਹੁਣ ਇਹ ਪਤਾ ਨਹੀਂ ਉਹ ਵਿਚਾਰੇ ਉੱਥੋਂ ਕੰਮ ਵੀ ਛੱਡ ਗਏ ਹੋਣਗੇ, ਆਪਣਾ ਤਾਂ ਇੱਧਰ ਕੰਮ ਬਣ ਗਿਆ ਜੀ। ਸੋ ਇਹ ਗੱਲਾਂ ਦਾ ਗਿਆਨ ਹੋਵੇ ਬੰਦੇ ਨੂੰ ਜਾਂ ਨਾ ਹੋਵੇ, ਪਰ ਉਹਨੇ ਦਫ਼ਤਰ ਖੋਲਿਆ ਹੋਇਆ, ਉਹਨੇ ਕੋਰਸ ਕੀਤਾ ਜਾਂ ਨਹੀਂ ਕੀਤਾ ਇਸ ਗੱਲ ਦਾ ਮੈਨੂੰ ਕੋਈ ਇਲਮ ਨਹੀਂ, ਪਰ ਉਹ ਕਿਸੇ ਨਾ ਕਿਸੇ ਬੰਦੇ ਦੇ ਭਵਿੱਖ ਨਾਲ ਤਾਂ ਖੇਡ ਰਿਹਾ ਨਾ ਜੀ। ਬਿਲਕੁਲ। ਕੀ ਬੰਦਾ ਦੇਖੇ ਕਿ ਮੈਂ ਕਿਹੜੇ ਕੰਸਲਟੈਂਟ ਨੂੰ ਹਾਇਰ ਕਰਾਂ। ਜੀ ਬਿਲਕੁਲ। ਇੱਕ ਤਾਂ ਦੇਖੋ ਕਈ ਚੀਜ਼ਾਂ ਵਿਦ ਐਕਸਪੀਰੀਅੰਸ ਤੁਸੀਂ ਬਹੁਤ ਚੀਜ਼ਾਂ ਸਿੱਖ ਜਾਂਦੇ ਹੋ। ਸੈਕੰਡ ਜਿਹੜੇ ਤੁਹਾਡੇ ਸਲਾਹਕਾਰ ਨੇ ਉਹ ਜੇ ਅਪੀਲ ਕਰ ਸਕਦੇ ਨੇ, ਆਪ ਜਾ ਕੇ ਰਿਪਰੈਜ਼ੈਂਟ ਕੀਤਾ, ਉਹ ਬਹੁਤ ਬੜਾ ਇੱਕ ਤੁਹਾਡੇ ਲਈ ਲਰਨਿੰਗ ਐਕਸਪੀਰੀਅੰਸ ਹੁੰਦਾ। ਜਦੋਂ ਤੁਸੀਂ ਇੱਕ ਸਟੈਂਡਰਡ ਐਪਲੀਕੇਸ਼ਨ ਫਾਈਲ ਕਰਦੇ ਹੋ ਤਾਂ ਉਹ ਐਪਲੀਕੇਸ਼ਨ ਦਾ ਕੋਈ ਵੀ ਦਾਇਰ ਕਰ ਸਕਦਾ ਹੈ, ਕਿਉਂਕਿ ਇਨਫੋਰਮੇਸ਼ਨ ਦਾ ਕਲਾਇੰਟ ਦੀ ਇਨਫੋਰਮੇਸ਼ਨ ਹੈ, ਚੈੱਕਲਿਸਟ ਸਰਕਾਰ ਨੇ ਦਿੱਤੀ ਹੋਈ ਹੈ, ਉਹਦੇ 'ਚ ਇਨਫੋਰਮੇਸ਼ਨ ਭਰੀ ਜਾਣੀ ਹੈ ਤੇ ਫਾਈਲ ਹੋ ਜਾਣੀ ਹੈ। ਪਰ ਜਿਹੜੀਆਂ ਕੁਝ ਕੇਸਿਸ ਹੁੰਦੇ ਨੇ, ਜਿਵੇਂ ਕੁਝ ਤਾਂ ਸਟੈਂਡਰਡ ਇੱਕ ਆਰਡੀਨਰੀ ਕੇਸ ਹੋ ਗਿਆ ਵੀ ਕਿਸੇ ਨੇ ਸਟੱਡੀ ਵੀਜ਼ਾ ਲੈਣਾ ਹੈ, ਕੈਨੇਡਾ ਆਉਣਾ ਹੈ, ਬਹੁਤ ਸਟੈਂਡਰਡ ਪ੍ਰੋਸੈਸ ਹੈ, ਆਹ ਚੀਜ਼ਾਂ ਚਾਹੀਦੀਆਂ ਨੇ, ਭਰੀਆਂ ਤੇ ਲੈਟਰ ਆਫ ਐਕਸੈਪਟੈਂਸ ਲੈ ਲਿਆ ਤੇ ਹੋਰ ਹੈ। ਪਰ ਜੇ ਉਹੀ ਸਟੂਡੈਂਟ ਸਵਾਲ ਪੁੱਛੇ ਵੀ ਮੈਂ ਇਮੀਗ੍ਰੇਸ਼ਨ ਕਿਵੇਂ ਲੈਣੀ ਹੈ ਕੈਨੇਡਾ ਜਾ ਕੇ, ਉਹ ਫਿਰ ਇੱਕ ਡਿਫਰੈਂਟ ਨੇਚਰ ਦਾ ਕੁਐਸਚਨ ਹੈਗਾ। ਸੋ ਜੇ ਉਹ ਇੰਡੀਆ 'ਚ ਕੁਐਸਚਨ ਕਰਦੇ ਨੇ, ਕਿਉਂਕਿ ਇੰਡੀਆ 'ਚ ਤਾਂ ਮੈਂ ਇਹ ਵੀ ਦੇਖਿਆ ਵੀ ਜਿਹੜੇ ਇੰਡੀਵਿਜੂਅਲ ਨੂੰ ਸਟੂਡੈਂਟ ਭੇਜਿਆ ਜਾਂਦਾ ਕੈਨੇਡਾ ਦੇ ਵਿੱਚ, ਉਹ ਆਲਰੇਡੀ ਪਹਿਲਾਂ 5 ਜਾਂ 7 ਸਾਲ ਪਹਿਲਾਂ ਉਹ ਪੜ੍ਹਾਈ ਛੱਡ ਚੁੱਕੇ ਹੁੰਦੇ ਨੇ, ਫਿਰ 5 ਜਾਂ 7 ਸਾਲ ਦਾ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਹੈ। ਉਹ ਸਿੱਧੀ ਆਪਣੀ ਐਪਲੀਕੇਸ਼ਨ ਦਾਇਰ ਕਰਕੇ ਇਮੀਗ੍ਰੇਸ਼ਨ ਲੈ ਕੇ ਕੈਨੇਡਾ ਆ ਸਕਦੇ ਨੇ, ਬਜਾਏ ਇਹਦੇ ਇੱਕ ਗਲਤ ਸਲਾਹ ਮਿਲਦੇ ਕਰਕੇ ਉਹ ਕੋਈ ਕੈਨੇਡੀਅਨ ਕਾਲਜ ਦੇ ਵਿੱਚ ਐਡਮਿਸ਼ਨ ਲੈ ਕੇ ਐਜ਼ ਸਟੂਡੈਂਟ ਕੈਨੇਡਾ ਦੇ ਵਿੱਚ ਆਉਂਦੇ ਨੇ, ਫਿਰ ਇੱਥੋਂ ਆ ਕੇ ਉਹ ਜ਼ੀਰੋ ਤੋਂ ਫਿਰ ਪ੍ਰੋਸੈਸ ਸ਼ੁਰੂ ਕਰਦੇ ਨੇ, ਲਾਈਨ 'ਚ ਲੱਗਦੇ ਨੇ। ਸੋ ਜਦੋਂ ਤੁਸੀਂ ਐਪਲੀਕੇਸ਼ਨ ਜਿਵੇਂ ਦਾਇਰ ਕਰਨੀ ਹੈ, ਜਿਵੇਂ ਸਟੂਡੈਂਟ ਨੇ ਵੀ ਕੈਨੇਡਾ ਆਉਣਾ,
ਤਾਂ ਪਲੀਜ਼ ਇਹ ਪੁੱਛਿਆ ਜਾਵੇ ਵੀ ਉਹ ਕਿਹੜੀ ਪ੍ਰੋਵਿੰਸ 'ਚ ਚੱਲਿਆ, ਕਿਉਂਕਿ ਹਰੇਕ ਪ੍ਰੋਵਿੰਸ ਦੇ ਵਿੱਚ ਸਟੂਡੈਂਟਸ ਲਈ ਇੱਕ ਵੱਖਰੇ ਵੱਖਰੇ ਪ੍ਰੋਗਰਾਮ ਚਲਾਏ ਹੋਏ ਨੇ। ਕਈ ਸਟੂਡੈਂਟਸ ਨੂੰ ਜਿਵੇਂ BC ਦੇ ਵਿੱਚ ਆਉਣਾ ਹੈ ਤਾਂ BC ਦੇ ਵਿੱਚ ਆ ਕੇ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਲੈਣਾ ਬਹੁਤ ਕੰਪੈਟੀਟਿਵ ਪ੍ਰੋਸੈਸ ਹੈ ਐਜ਼ ਕੰਪੇਅਰ ਟੂ ਜੇ ਸਟੂਡੈਂਟ ਮੈਨੀਟੋਬਾ, ਸਸਕੈਚੁਅਨ, ਪ੍ਰਿੰਸ ਐਡਵਰਡ ਆਈਲੈਂਡ ਕਿਤੇ ਉੱਤਰ ਜਾਂਦਾ ਹੈ, ਉੱਥੇ ਜੇ ਪੜ੍ਹਾਈ ਪੜ੍ਹ ਲੈਂਦਾ ਹੈ ਤਾਂ ਉਹਨਾਂ ਨੂੰ ਬਿਨਾਂ ਪੁਆਇੰਟ ਸਿਸਟਮ ਤੋਂ ਇਮੀਗ੍ਰੇਸ਼ਨ ਜਿਹੜੀ ਉਹ ਮਿਲ ਜਾਂਦੀ ਹੈ। ਪਰ ਜੇ ਉਹ BC ਦੇ ਵਿੱਚ ਆਉਂਦਾ ਤਾਂ ਉਹਨਾਂ ਨੂੰ ਪੁਆਇੰਟ ਸਿਸਟਮ ਥਰੂ ਜਾਣਾ ਪਏਗਾ। ਇੱਥੇ ਦਾ ਪੁਆਇੰਟ ਸਿਸਟਮ ਬਹੁਤ ਕੰਪੈਟੀਟਿਵ ਪੁਆਇੰਟ ਸਿਸਟਮ ਹੈ, ਜਿਹਦੇ ਵਿੱਚ ਉਹ ਸਿੱਧੀ ਤੌਰ ਤੇ ਇਮੀਗ੍ਰੇਸ਼ਨ ਲੈਣੀ ਉਹਨਾਂ ਨੂੰ ਔਖੀ ਹੋ ਜਾਂਦੀ ਹੈ। ਤਾਂ ਫਿਰ ਇਹ ਜਾਣਨਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਐਪਲੀਕੇਸ਼ਨ ਦਾਇਰ ਕਰਦੇ ਹੋ ਸਟੂਡੈਂਟ ਵੀਜ਼ਾ ਲਈ ਵੀ ਤੁਸੀਂ ਜਾ ਕੇ ਇਮੀਗ੍ਰੇਸ਼ਨ ਕਿਵੇਂ ਲੈਣੀ ਹੈ। ਜੇ ਕੋਈ ਤੁਹਾਨੂੰ ਇਹੋ ਜਿਹਾ ਸਟੈਂਡਰਡ ਆਨਸਰ ਕਰਦਾ ਵੀ ਜੀ ਤੁਸੀਂ ਕੈਨੇਡਾ ਦੇ ਵਿੱਚ ਆਓ, ਤੁਹਾਨੂੰ 3 ਸਾਲ ਦਾ ਪਰਮਿਟ ਮਿਲ ਜਾਏਗਾ, 1 ਸਾਲ ਦਾ ਤੁਸੀਂ ਕੈਨੇਡਾ ਦਾ ਐਕਸਪੀਰੀਅੰਸ ਗੇਨ ਕਰ ਲਓ, ਤੇ ਫਿਰ ਤੁਸੀਂ ਇਮੀਗ੍ਰੇਸ਼ਨ ਜਿਹੜੀ ਹੈ ਲੈ ਸਕੋਗੇ। ਸੋ ਜਿਹੜਾ ਲਾਸਟ ਟਾਈਮ ਇਹ ਡਰਾ ਦੀ 75 ਦੀ ਤੁਸੀਂ ਗੱਲ ਕਰਦੇ ਹੋ, ਉਹ ਇੱਕ ਬੜਾ ਯੂਨੀਕ ਸਿਨੈਰੀਓ ਸੀ, ਕੋਵਿਡ ਕਰਕੇ ਉਹ ਸਿਨੈਰੀਓ ਪੈਦਾ ਹੋਇਆ ਸੀ। ਅਦਰਵਾਈਜ਼ ਨੋਰਮਲ ਸਰਕਮਸਟੈਂਸਿਸ 'ਚ ਇਹ ਪੋਸੀਬਲ ਨਹੀਂ ਹੈ ਵੀ ਸਕੋਰ ਕਦੇ ਇੰਨਾ ਲੋ ਹੋਏਗਾ ਔਰ ਫਿਊਚਰ 'ਚ ਵੀ ਕਦੇ ਇੰਨਾ ਲੋ ਜਾਏਗਾ, ਕਿਉਂਕਿ ਸਰਕਾਰ ਨੇ ਸਿਰਫ 1,08,000 ਪੋਜੀਸ਼ਨ ਹੀ ਵੇਕੈਂਟ ਕੀਤੀਆਂ ਨੇ, ਜਿਹੜੀਆਂ ਸਟੂਡੈਂਟਸ ਜਾਂ ਜਿਹੜੇ ਐਕਸਪੀਰੀਅੰਸ ਕਲਾਸ ਸੀ, ਵਰਕ ਐਕਸਪੀਰੀਅੰਸ ਕਲਾਸ ਹੈ, ਉਹਨਾਂ ਲਈ ਰੱਖੀਆਂ ਨੇ ਇਸ ਸਾਲ। तो जे वो जिन्नी छेती वो भर जाएगियाँ तो नैक्सट टाइम जो ड्रॉज निकलणगे वो बड़े हायर ड्रॉज निकलणगे। वो जरूरी नहीं है भी तुसीं 1 साल एक्सपीरियंस हासिल करके कैनेडा दे विच इमीग्रेशन जिहड़ी हासिल कर पाओगे। अपने कोले मेरे ख्याल 2 मिनट का टाइम फ्रेम है जिहड़ी तुसीं हुणे ही जिक्र कीता कि BC नूं छड्ड के बाकी प्रोविंसेस दे विच जेकर स्टूडेंट आउंदे उन्हां वास्ते सुखाला है जी, उत्थे फिर वीज़ा सक्सैस रेट है जी जां नहीं? बिल्कुल भाई जी, वीज़ा सक्सैस रेट डिपेंड करता भी किस वीज़ा पोस्ट तुसीं अप्लाई कर रहे हो। अच्छा, सो जे आपां फर्ज कीता इंडिया ਦੀ ਵੀਜ਼ਾ ਪੋਸਟ ਆਪਾਂ ਚੂਜ਼ ਕਰ ਲੈਣੇ ਜਿੱਥੇ ਲਾਰਜ ਨੰਬਰ ਆਫ ਐਪਲੀਕੇਸ਼ਨਸ ਫਾਈਲ ਮੰਨ ਲਓ ਚੰਡੀਗੜ੍ਹ ਤੋਂ ਕਰਦੇ ਹਾਂ, ਬਿਲਕੁਲ ਉਹਨਾਂ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਦੈਟ ਇਜ਼ ਵੈਰੀ ਡਿਫਰੈਂਟ। ਈਵਨ ਤੁਹਾਡੀ ਕਲੀਨ ਐਪਲੀਕੇਸ਼ਨ ਹੈ ਫਿਰ ਵੀ ਕੋਈ ਤੁਹਾਨੂੰ ਅਸ਼ੋਰੈਂਸ ਨਹੀਂ ਹੈ ਵੀ ਤੁਹਾਡੀ ਐਪਲੀਕੇਸ਼ਨ ਅਪਰੂਵ ਹੋਏਗੀ ਕਿ ਨਹੀਂ ਹੋਏਗੀ, ਬਿਕੋਜ਼ ਕਈ ਐਪਲੀਕੇਸ਼ਨਸ ਤੁਸੀਂ ਫਾਈਲ ਕਰਦੇ ਹੋ ਤਾਂ ਤੁਸੀਂ ਘਰ ਲੇਟ ਪਹੁੰਚਦੇ, ਤੁਹਾਡੇ ਤੋਂ ਪਹਿਲਾਂ ਰਿਫਿਊਜ਼ਲ ਭਰੀ ਹੁੰਦੀ, ਤੁਹਾਡੇ ਘਰੇ ਪਹੁੰਚੀ ਹੁੰਦੀ ਹੈ। ਸੋ ਇਟ ਮੀਨਸ ਤੁਹਾਡੀ ਐਪਲੀਕੇਸ਼ਨ ਫਰਸਟ ਅਸੈਸਮੈਂਟ 'ਚ ਹੀ ਰਿਫਿਊਜ਼ ਹੋ ਗਈ। ਇੱਕ ਚੀਜ਼ ਮੈਂ ਮੇਕ ਸ਼ੋਰ ਜ਼ਰੂਰ ਕਰਨਾ ਚਾਹੁੰਦਾ ਵੀ ਜਦੋਂ ਵੀ ਪਲੀਜ਼ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਤੁਸੀਂ ਪਲੀਜ਼ ਉਹਨੂੰ ਬੰਦ ਕਰਕੇ ਫਾਈਲ ਨੂੰ ਨਾ ਬੈਠਿਆ ਕਰੋ, ਅਪੀਲ ਕਰਿਆ ਕਰੋ। ਕੋਰਟ ਦੇ ਵਿੱਚ ਇੱਕ ਬੜਾ ਸਟੈਂਡਰਡ ਪ੍ਰੋਸੈਸ ਰੱਖਿਆ ਹੋਇਆ ਹੈ। ਜਦੋਂ ਵੀਜ਼ਾ ਆਫਿਸਰ ਡਿਸੀਜਨ ਲੈਂਦਾ ਜੇ ਤੁਸੀਂ ਉਹ ਡਿਸੀਜਨ ਤੋਂ ਹੈਪੀ ਨਹੀਂ ਹੋ ਪਲੀਜ਼ ਉਹਨੂੰ ਚੈਲੰਜ ਕਰਿਆ ਕਰੋ ਔਰ ਅਪੀਲ ਕਰਨ ਲਈ ਜਿਹੜਾ ਕੰਪੀਟੈਂਟ ਤੁਹਾਡਾ ਰਿਪਰੈਜ਼ੈਂਟੇਟਿਵ ਹੈ ਉਹਨੂੰ ਹਾਇਰ ਕਰਿਆ ਕਰੋ ਤਾਂ ਕਿ ਤੁਹਾਡਾ ਪੁਆਇੰਟ A to ਪੁਆਇੰਟ Z ਤੱਕ ਉਹ ਲੈ ਸਕੇ। ਇਹ ਨਹੀਂ ਹੈਗਾ ਵੀ ਜੇ ਤੁਸੀਂ ਵਿੱਚ ਵਿਚਾਲੇ ਰਿਫਿਊਜ਼ ਹੋ ਗਿਆ ਤਾਂ ਬੰਦਾ ਕਹੇ ਸੌਰੀ ਜੀ ਤੁਹਾਡਾ ਕੇਸ ਰਿਫਿਊਜ਼ ਹੋ ਗਿਆ, ਸੌਰੀ ਮੈਂ ਕੁਝ ਕਰ ਨਹੀਂ ਸਕਦਾ। ਉਹ ਜਿਹੇ ਕੰਸਲਟੈਂਟ ਦੇ ਕੋਲ ਜਾਂ ਉਹ ਜਿਹੇ ਏਜੰਟ ਦੇ ਕੋਲ ਨਾ ਜਾਇਆ ਕਰੋ ਪਲੀਜ਼। ਸੋ ਜਿਹੜਾ ਬੰਦਾ ਤੁਹਾਡੇ ਕੇਸ ਨੂੰ ਲੜ ਸਕਦਾ, ਅਪੀਲ ਕਰ ਸਕਦਾ, ਉਹ ਪਹਿਲਾਂ ਕੁਐਸਚਨ ਕਰਿਆ ਕਰੋ ਵੀ ਤੁਸੀਂ ਜੇ ਮੇਰਾ ਕੇਸ ਰਿਫਿਊਜ਼ ਹੁੰਦਾ ਤਾਂ ਤੁਸੀਂ ਅੱਗੇ ਅਪੀਲ ਕਰ ਸਕੋਗੇ ਕਿ ਨਹੀਂ ਕਰ ਸਕੋਗੇ। ਜੇ ਅਪੀਲ ਅੱਗੇ ਕਰ ਸਕੋਗੇ ਜਾਂ ਪਹਿਲਾਂ ਅਪੀਲਾਂ ਕੀਤੀਆਂ ਹੋਈਆਂ ਨੇ ਤੁਸੀਂ ਔਰ ਕੇਸ ਜਿੱਤੇ ਹੋਏ ਨੇ, ਬਿਲਕੁਲ ਅੱਖਾਂ ਬੰਦ ਕਰਕੇ ਉਹ ਕੇਸ ਤੁਸੀਂ ਦੇ ਸਕਦੇ। ਸੋ ਬਾਈ ਜੀ ਇਸ ਕੀਮਤੀ ਜਾਣਕਾਰੀ ਵਾਸਤੇ ਤੁਹਾਡਾ ਧੰਨਵਾਦ ਮਿਹਰਬਾਨੀ ਜੀ। ਥੈਂਕ ਯੂ ਭਾਈ ਜੀ। ਦੋਸਤੋ ਇਹ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਜੀ। ਜੇਕਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਕੋਈ ਹੋਰ ਜਾਣਕਾਰੀ ਚਾਹੀਦੀ ਹੈ, ਇਹਨਾਂ ਦੇ ਸਕਰੀਨ ਤੇ ਨੰਬਰ, ਵੈਬਸਾਈਟ ਅਤੇ ਈਮੇਲ ਡਿਸਪਲੇ ਕੀਤੇ ਜਾ ਰਹੇ ਹੈ, ਤੁਸੀਂ ਇਹਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਤੁਹਾਨੂੰ ਅੱਜ ਦੀ ਇਹ ਜਾਣਕਾਰੀ ਕਿਵੇਂ ਲੱਗੀ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਤੁਹਾਡੇ ਸਵਾਲ ਆਏ ਸੀ ਕਿ ਕਿੰਨਾ ਸਮਾਂ ਹੋ ਗਿਆ ਫਾਈਲ ਲਾਈ ਹੈ, ਡਿਲੇ ਚੱਲ ਰਹੀ ਹੈ। ਉਮੀਦ ਹੈ ਕਿ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਫਿਰ ਵੀ ਤੁਹਾਡੇ ਕੋਈ ਸਵਾਲ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਛੱਡ ਦਿਓ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇਰੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਤੋਂ ਉਹਨਾਂ ਸਵਾਲਾਂ ਦੇ ਜਵਾਬ ਲੈ ਜਾ ਸਕਣ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ। ਤੁਸੀਂ ਦੇਖਦੇ ਰਹੋ ਸਾਂਝਾ TV।